ਨਾਨੇ ਨੂੰ ਮੈਂ ਇਹ ਕਿਹਾ ਸੀ, ਮੈਂ ਕਿ ਮੇਰੀ ਬੇਟੀ ਪੱਤੋਂ ਨਹੀਂ ਜਾਣੀ ਚਾਹੀਦੀ ਕੰਜਰ ਮਹੱਲੇ। ਨਾਨੇ ਦੇ ਕੋਲੋਂ ਫਿਰ ਪੱਤੋਂ ਜਾ ਕੇ ਕੰਜਰ ਮਹੱਲੇ ਉਹ ਆਪਦੇ ਆਸ਼ਕਾਂ ਨਾਲ ਉਹ ਆਪਦੇ ਨਾਲ ਉੱਥੇ ਤਸਵੀਰਾਂ ਬਣਾ ਵੀਡੀਓ ਬਣਾ ਮੈਨੂੰ ਸੈਂਡ ਕਰਦੇ ਸਨ। ਤੇਰੀ ਬੇਟੀ ਨੇ ਵੀ ਕੀਤੀਆਂ? ਬੇਟੀ ਨੇ ਵੀ ਕੀਤੀਆਂ ਨੇ, ਉਹ ਵੀ ਮੇਰੇ ਕੋਲ ਹੈ ਨੇ। ਮੇਰੀ ਬੀਵੀ ਨੇ ਕੀਤੀਆਂ। ਮੇਰਾ ਘਰ ਬਰਬਾਦ ਨਾ ਕਰ। ਉਹਨੇ ਮੈਨੂੰ ਕਿਹਾ ਕਿ ਤੂੰ ਮੇਰਾ ਕੁਛ ਨਹੀਂ ਕਰ ਸਕਦਾ। ਸ਼ੇਖ ਉਹ ਮੁੰਡਾ ਕਿਹੜਾ ਮਰਿਆ ਸ਼ੇਖ। ਹਾਂਜੀ, ਯਾਨੀ ਕਿ ਜਿਹੜੇ ਬੰਦੇ ਨੂੰ ਤੂੰ ਕਤਲ ਕੀਤਾ ਤੇਰੀ ਬੀਵੀ ਦਾ ਜਿਹੜਾ ਆਸ਼ਿਕ ਸੀ ਉਹਨੂੰ ਤੂੰ ਕਿਹਾ ਕਿ ਮੇਰਾ ਘਰ ਬਰਬਾਦ ਨਾ ਕਰ, ਮੇਰਾ ਘਰ ਨਾ ਉਜਾੜ। ਕੀ ਕਿਹਾ ਉਹਨੇ? ਉਹਨੇ ਕਿਹਾ ਜੀ ਮੇਰਾ ਕਿ ਕੋਈ ਮਾਂ ਭੈਣ ਧੀ ਬੇਟੀ ਇਹ ਜਾਂ ਗਲਤ ਕਦਮ ਉਠਾਵੇ ਤੇ ਉਹਨੂੰ ਇਹੀ ਹੈ ਕਿ ਉਹਦੀ ਕਤਲ ਕਰ ਦੇਣਾ ਚਾਹੀਦਾ। ਉਹਦਾ ਇਹੀ ਬਣਦਾ, ਕਤਲ ਹੀ बनता ਹੁੰਦਾ ਕਿ कल ਨੂੰ ਸਾਡੇ माशरे। कसूर के इलाके थाना सिटी चुनिया के हदूद में पेश आया एक ऐसा दिलखराश वाक़या कि शोहर ने अपनी बीवी और उसकी आशना को गोली मारकर बेरहमी से कत्ल कर दिया। ले आया मेरे को फिर नाने ने कहा, उन्हें कहा पुत्र तेरे को अगे पीछे जा सकती है, तू काम ते चला जाना है ते घर कली जिधर मर्जी जा सकती है, लिहाजा मैं इहनूं लैके आपदे कोल लै जाना। वो आपदे कोल लै गया। इस टाइम नाने ने मैं कहा सी, मैं कि मेरी बेटी पत्तों नहीं जानी चाहिए कंजर महल्ले। नाने दे कोलों फिर पत्तों जाके कंजर महल्ले वो आपदे आशकां नाल वो आपदे नाल उत्थे तस्वीरां बना वीडियो बना मैनू सेंड करदे सन। तेरी बेटी ने भी कीतियां? बेटी ने भी कीतियां ने, वो भी मेरे को है ने। मेरी बीवी ने कीतियां ने, वो भी मेरे को है ने। अदालतों जिहड़ी बच्ची मैं लई वो कागज भी मेरे को है ने। ते मैं शेर नूं फोन किया, मैं कि मेरा घर बर्बाद ना कर। उन्हें मैनू कहा कि तू मेरा कुछ नहीं कर सकदा। शेख ਉਹ ਮੁੰਡਾ ਕਿਹੜਾ ਮਰਿਆ ਸ਼ੇਖ। ਹਾਂਜੀ, ਯਾਨੀ ਕਿ ਜਿਹੜੇ ਬੰਦੇ ਨੂੰ ਤੂੰ ਕਤਲ ਕੀਤਾ ਤੇਰੀ ਬੀਵੀ ਦਾ ਜਿਹੜਾ ਆਸ਼ਿਕ ਸੀ ਉਹਨੂੰ ਤੂੰ ਕਿਹਾ ਕਿ ਮੇਰਾ ਘਰ ਬਰਬਾਦ ਨਾ ਕਰ, ਮੇਰਾ ਘਰ ਨਾ ਉਜਾੜ। ਕੀ ਕਿਹਾ ਉਹਨੇ? ਉਹਨੇ ਕਿਹਾ ਜੀ ਮੇਰਾ ਤੂੰ ਕੁਛ ਨਹੀਂ ਕਰ ਸਕਦਾ, ਤੇਰੀ ਬੇਗਮ ਮੇਰੇ ਨਾਲ ਹੈ, ਤੇਰੀ ਧੀ ਵੀ ਸਾਡੇ ਨਾਲ ਹੈ, ਤੂੰ ਸਾਡਾ ਕਰ ਹੀ ਕੁਛ ਨਹੀਂ ਸਕਦਾ। ਤੇ ਮੈਂ ਉਹਨੂੰ ਫਿਰ ਇਹ ਕਿਹਾ, ਸਰ ਜੋ ਮੇਰੇ ਕੋ ਹੋਵੇਗਾ ਮੈਂ ਕਰ ਲਾਂਗਾ, ਮੇਰੇ ਕੋ ਜਦ ਮੈਂ ਕਰ ਸਕਿਆ ਕਰ ਲਾਂਗਾ, ਵਰਨਾ ਮੈਂ ਤੁਹਾਡੇ ਪੈਰ ਪਕੜ ਲਾਂਗਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮਾਰਨ ਦਾ ਪਲਾਨ ਕਿਵੇਂ ਕੀਤਾ ਔਰ ਕਿੱਥੇ ਜਾ ਕੇ ਕਤਲ ਕੀਤਾ? ਮਾਰਨ ਦਾ ਪਲਾਨ ਇੰਜ ਕੀਤਾ ਜੀ, ਉਹ ਮੇਰੇ ਮਹੱਲੇ ਹੀ ਬਹਿ ਕੇ ਜੂਆ ਖੇਡ ਰਿਹਾ ਸੀ। ਉੱਥੋਂ ਜੂਏ ਤੋਂ ਮੈਂ ਚੁੱਕਿਆ ਤਕਰੀਬਨ 10:30 11 ਵਜੇ। ਇਕੱਲੇ ਨੇ? ਨਹੀਂ, ਮੈਂ ਨਾਲ ਮੇਰਾ ਇੱਕ ਭਾਂਜਾ ਸੀ, ਇੱਕ ਭਤੀਜਾ ਸੀ। ਅੱਛਾ, 3 ਲੋਕਾਂ ਨੇ ਗਨ ਪੁਆਇੰਟ ਤੇ ਉਹਨੂੰ ਅਗਵਾ ਕੀਤਾ। ਫਿਰ ਅਸੀਂ ਉਹਨੂੰ ਲਗਾਏ ਆ ਉੱਥੇ। ਉੱਥੋਂ ਗਏ ਉਹਨੂੰ ਮੈਂ ਕਿਹਾ ਉਹਨੂੰ ਕਰ ਉਹਨੂੰ ਫੋਨ ਨਾਸ ਗਿਆ ਨੂੰ ਉਹਨੂੰ ਬੁਲਾ ਸੂ ਵੀ ਮੈਂ ਇੰਜ ਮੇਰਾ ਐਕਸੀਡੈਂਟ ਹੋਇਆ ਚੂਣੀਆਂ। ਰਾਤ 12 ਵਜੇ ਉੱਥੋਂ ਉਹਨਾਂ ਨੂੰ ਬੇਟੀ ਦਾ ਆਸ਼ਿਕ ਤੇ ਆਪ ਉਸਤੀ ਇੱਥੇ ਆ ਗਏ। ਬੇਟੀ ਦਾ ਜਿਹੜਾ ਆਸ਼ਿਕ ਹੈ ਉਹਨੂੰ ਨਾਲ ਲਿਆ ਤੇਰੀ ਬੀਵੀ ਨੇ? ਉੱਥੇ ਆ ਗਏ ਨੇ ਵਾਪਟਾ ਦਫ਼ਤਰ ਗੁੱਟ ਤੇ ਆ ਗਏ ਨੇ। ਉਹਨਾਂ ਨੇ ਕਿਹਾ ਉੱਥੇ ਹੀ ਰੁਕੋ। ਉਹ ਉੱਥੇ ਰੁਕੇ ਨੇ। ਉਹ ਸ਼ੇਰ ਨੂੰ ਉੱਥੇ ਲਗਾਏ, ਉੱਥੇ ਅਸੀਂ ਉਹਨਾਂ ਨੂੰ ਮਾਰਤਾ ਜੀ, ਦੋਨਾਂ ਨੂੰ। ਜੀ ਕਿੰਨੇ ਫਾਇਰ ਮਾਰੇ? ਤਿੰਨਾਂ ਤਕਰੀਬਨ ਜੀ 15 ਤੋਂ 16 ਫਾਇਰ ਮਾਰੇ ਨੇ। 15 ਸੇ 16? ਹਾਂਜੀ, ਤਿੰਨਾਂ ਨੂੰ। ਪਿਸਟਲ ਕਿੱਥੋਂ ਲਿਆ ਸੀ? ਪਿਸਟਲ ਜੀ ਮੈਂ 1 ਸਾਲ ਤੋਂ ਲਿਆ ਆਇਆ ਸੀ। ਲਾਇਸੈਂਸ ਹੈਗਾ ਸੀ ਉਹਦਾ? ਨਹੀਂ। ਗੋਲੀਆਂ ਕਿੱਥੋਂ ਲਈਆਂ ਸੀ? ਗੋਲੀਆਂ ਕਿਸੇ ਦੋਸਤ ਕੋ ਮੰਗਵਾ ਲਈਆਂ ਸੀ। ਕਿਸੇ ਕੀ ਪਿਸਟਲ ਨਾਲ ਵਾਰ ਕੀਤੇ ਨੇ ਦੋਨਾਂ ਤੇ? ਇੱਕ ਨਾਲ ਹੀ। ਦੋਨਾਂ ਨੂੰ ਖੜਾ ਕਰਕੇ? ਹਾਂਜੀ, ਤਿੰਨਾਂ ਨੂੰ। ਹਾਂਜੀ। ਤੀਸਰਾ ਜਿਹੜਾ ਬੰਦਾ ਸੀ ਉਹ ਨਾਲ ਜਿਹੜਾ ਆਇਆ ਸੀ ਆਸ਼ਿਕ ਤੇਰੀ ਬੇਟੀ ਦਾ? ਆ ਕੰਜਰਾਂ ਦਾ ਬਾਲ ਮੋਹਸਨ। ਤੁਹਾਡੇ ਕੋਲ ਪਿਸਟਲ ਇੱਕ ਸੀ? ਹਾਂਜੀ। ਅੱਛਾ, ਫਿਰ? तो ਤਿੰਨਾਂ ਨੂੰ ਮੈਂ ਮਾਰਿਆ ਸਰ। ਉਹ 2 ਮਰ ਗਏ ਨੇ, ਇੱਕ ਬਚ ਗਿਆ। ਕਿੱਥੇ ਫਾਇਰ ਲੱਗਾ ਇਹਨਾਂ ਨੂੰ? ਫਾਇਰ ਉਹਨਾਂ ਨੂੰ ਜੀ ਇੱਥੇ ਪੇਟ ਤੋਂ ਥੱਲੇ ਲੱਗੇ ਨੇ। ਪੇਟ ਤੋਂ ਥੱਲੇ ਲੱਗੇ ਜੀ। ਜਦੋਂ ਲਾਸਟ ਟਾਈਮ ਤੇਰੀ ਬੀਵੀ ਨਾਲ ਝਪਟ ਹੋਈ ਹੈ ਉਸ ਤੋਂ ਬੀਵੀ ਤੇਰੀ ਘਰ ਛੱਡ ਕੇ ਚਲੀ ਗਈ ਸੀ? ਲੜਾਈ ਝਗੜਾ ਸੀ? ਕਿੱਥੇ ਸੀ ਉਹ ਜੀ? ਇੱਥੋਂ ਮੇਰੇ ਕੋਲੋਂ ਬਾਪ ਲੈ ਕੇ ਗਿਆ ਹੋਇਆ ਤੇਰੇ ਕੋਲ ਨਹੀਂ ਰਹਿ ਰਹੀ? 4 ਮਹੀਨੇ ਤੋਂ 5 4 ਮਹੀਨੇ ਤੋਂ? ਜੀ। 4 ਮਹੀਨੇ ਤੋਂ ਤੇਰੇ ਕੋਲ ਅਗਰ ਨਹੀਂ ਰਹਿ ਰਹੀ ਸੀ, ਤੇਰਾ ਅਗਰ ਗੁਜ਼ਾਰਾ ਨਹੀਂ ਸੀ, ਤੂੰ ਡਿਵੋਰਸ ਦੇ ਦਿੰਦਾ, ਛੱਡ ਦਿੰਦਾ ਉਹਨੂੰ? ਸਰ ਛੱਡ ਦਿੰਦਾ। ਫਿਰ ਐਵੇਂ ਤਾਂ ਹਰ ਮਾਜਰਾ ਆਪਣਾ ਹਰ ਦੁਨੀਆ ਤੇ ਬੀਵੀ ਆਪਦੀ ਮਰਜ਼ੀ ਬੀਵੀ ਕਰੇਗੀ। ਬੁੜੀ ਆਪਦੀ ਮਰਜ਼ੀ ਕਰ ਰਹੀਆਂ ਨੇ, ਹਰ ਔਰਤ ਆਪਦੀ ਮਰਜ਼ੀ 2 ਬਿੱਲੀ ਰੱਖੇ ਨੇ। ਇਹ ਮੈਂ ਨਸੀਹਤ ਦਿੱਤੀ ਹੈ ਕਿ ਕੋਈ ਔਰਤ ਮਾਂ ਭੈਣ ਧੀ ਹੈ ਜੋ ਵੀ ਉਹਨੂੰ ਨਸੀਹਤ ਮਿਲੇ ਕਿ ਇਹ ਜਿਹਾ ਗਲਤ ਕਦਮ ਨਹੀਂ ਕਰਨਾ, ਨਹੀਂ ਚੁੱਕਣਾ ਚਾਹੀਦਾ। ਜਦੋਂ ਤੂੰ ਲਵ ਮੈਰਿਜ ਸ਼ਾਦੀ ਕੀਤੀ ਹੈ, ਜ਼ਾਹਿਰ ਗੱਲ ਤੂੰ ਉਹਦੇ ਨਾਲ ਗੱਲਬਾਤ ਕੀਤੀ, ਸੈਟਿੰਗ ਕਰਕੇ ਸ਼ਾਦੀ ਕੀਤੀ ਨਾ, ਤੂੰ ਠੀਕ ਕੀਤਾ? ਹਾਂਜੀ। ਮੈਂ ਮੇਰੇ ਮਾਮੇ ਦੀ ਬੇਟੀ ਸੀ। ਮਾਮੇ ਦੀ ਬੇਟੀ? ਉਹ ਵੀ ਮੈਨੂੰ ਚਾਹੁੰਦੀ, ਮੈਂ ਵੀ ਚਾਹੁੰਦਾ ਸੀ, ਸਾਡਾ ਆਣ ਜਾਣ ਸੀ। ਕਿਹੜੀ ਚਾਹਤ ਸੀ ਕਿ ਉਸ ਤੋਂ ਬਾਅਦ ਤੈਨੂੰ ਛੱਡ ਕੇ ਫਿਰ ਅੱਗੇ ਉਹਨੇ ਯਾਰੀ ਲਾ ਲਈ? ਇਸ ਗੱਲ ਦਾ ਹੀ ਦੁੱਖ ਸੀ ਤੇ ਮੈਂ ਮਾਰੇ ਨੇ। ਇਸ ਗੱਲ ਦਾ ਸਰ ਮੈਨੂੰ ਦੁੱਖ ਹੋਇਆ ਤੇ ਮੈਂ ਮਾਰੇ ਨੇ। ਕੀ ਕਹਿਣਾ ਚਾਹੁੰਦਾ? ਮੈਂ ਇਹ ਕਹਿਣਾ ਚਾਹਨਾ ਕਿ ਕੋਈ ਮਾਂ ਭੈਣ ਧੀ ਬੇਟੀ ਇਹ ਜਿਹਾ ਗਲਤ ਕਦਮ ਉਠਾਵੇ ਤੇ ਉਹਨੂੰ ਇਹੀ ਹੈ ਕਿ ਉਹਦੀ ਕਤਲ ਕਰ ਦੇਣਾ ਚਾਹੀਦਾ। ਉਹਦਾ ਇਹ ਬਣਦਾ, ਕਤਲ ਹੀ ਬਣਦਾ ਹੁੰਦਾ ਕਿ ਕੱਲ ਨੂੰ ਸਾਡੇ ਮਾਸ਼ਰੇ 'ਚ ਦੁਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਕੰਮ ਨਾ ਹੋਵੇ। ਤੈਨੂੰ ਕੀ ਲੱਗਦਾ ਹੈ ਕਿ ਹੁਣ ਤੇਰੇ ਤੇ ਜਿਹੜੀ 302 ਦੀ FIR ਹੋਈ ਹੈ, ਇਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੀ ਨਜ਼ਰ ਆਉਂਦਾ? ਜ਼ਿੰਦਗੀ ਇਹ ਸਰ ਮੈਨੂੰ ਮੌਤ ਵੀ ਨਜ਼ਰ ਆਉਂਦੀ ਹੈ, ਸਾਰਾ ਕੁਝ ਆਉਂਦਾ ਕਿ ਮੈਂ ਮੌਤ ਵੀ ਕਬੂਲ ਕਰ ਲਾਂਗਾ ਕਿ ਮੈਂ ਗਲਤ ਨਹੀਂ ਕੀਤਾ, ਮੈਂ ਸਹੀ ਕੀਤਾ, ਮੈਂ ਆਪਦੀ ਇੱਜ਼ਤ ਬਚਾਉਣਾ। ਕੁਛ ਵੀ ਨਹੀਂ, ਫਿਰ ਕੀ ਕਰਾਂਗਾ? ਆਪਦੇ ਬੱਚਿਆਂ ਦੇ ਸਿਰ ਤੇ ਬਾਂਗਾ, ਬੇਟੇ ਮੇਰੇ ਕੋਲ ਨੇ।
ਤੈਨੂੰ ਕੋਈ ਪਛਤਾਵਾ ਨਹੀਂ, ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ? ਮੈਨੂੰ ਕੋਈ ਪਛਤਾਵਾ ਨਹੀਂ। ਯਾਨੀ ਕਿ ਤੂੰ ਜੋ ਕੀਤਾ ਬਿਲਕੁਲ ਠੀਕ ਕੀਤਾ ਤੇਰੇ ਨਜ਼ਦੀਕ? ਮੈਂ ਬਿਲਕੁਲ ਠੀਕ ਕੀਤਾ, ਜੋ ਕੀਤਾ ਮੈਂ ਆਪਦੀ ਨਿਗਾਹ 'ਚ, ਆਪਦੀ ਨਜ਼ਰ 'ਚ, ਮੈਂ ਆਪਦੇ ਦਿਲ ਨਾਲ ਤਈਆ ਕਰਕੇ ਕੀਤਾ ਸੀ ਕਿ ਮੈਂ ਠੀਕ ਕੀਤਾ। ਹੁਣ ਤੂੰ ਜੇਲ੍ਹ ਚਲਾ ਗਿਆ ਹੈ, ਤੇਰੀ ਗੱਲ ਹੁਣ ਤੇਰੀ ਬੇਟੀ ਮਰਜ਼ੀ ਨਹੀਂ ਕਰ ਸਕੇਗੀ? ਕਿਉਂ ਕਰੇਗੀ ਜਦੋਂ ਅਦਾਲਤ ਨੇ ਮੈਨੂੰ ਦਿੱਤੀ ਹੋਈ ਹੈ ਮੇਰੇ। ਤੈਨੂੰ ਦਿੱਤੀ ਬੇਟੀ? ਹਾਂਜੀ, ਅੱਗੇ ਵੀ ਅਦਾਲਤ ਨੇ ਤੈਨੂੰ ਦਿੱਤੀ ਸੀ, ਹਾਂ। ਚਲੀ ਗਈ ਸੀ। ਹੁਣ ਤੂੰ ਜੇਲ੍ਹ ਚਲਾ ਗਿਆ, ਉਸ ਤੋਂ ਬਾਅਦ ਹੁਣ ਤੇ ਤੈਨੂੰ ਪਤਾ ਵੀ ਨਹੀਂ ਹੋਣਾ ਤੇਰੀ ਬੇਟੀ ਬਾਅਦ ਚ ਕੀ ਕਰੇਗੀ? ਕਿਉਂ ਕਰੇਗੀ? ਬੇਟੀ ਬਾਤ ਤੇ ਨਹੀਂ ਮਰੇਗੀ, ਬਾਤ ਤੇ ਮਾਰ ਲਾਂਗਾ ਮੈਂ। ਅਗਰ ਉਹ ਗਲਤ ਕਰੇਗੀ ਤਾਂ ਉਹਨੂੰ ਵੀ ਮਾਰ ਦਿਆਂਗਾ, ਬਿਲਾ ਵਜ੍ਹਾ ਬੇਸ਼ੱਕ ਮਾਰ ਦਿਆਂਗਾ। ਜੋ ਗਲਤ ਰਾਸਤੇ ਤੇ ਟੁਰੇਗੀ ਉਹਨੂੰ ਵੀ ਮਾਰ ਦਿਆਂਗਾ। ਜਾਂ ਮੇਰੇ ਕਹਿਣ ਤੇ, ਪਿਓ ਦੇ ਕਹਿਣ ਤੇ ਟੁਰੇਗੀ ਤੇ ਮੇਰੀ ਉਹ ਬੇਟੀ ਹੈ, ਮੇਰੀ ਉਹ ਇੱਜ਼ਤ ਹੈ, ਮੇਰੀ। ਪੁਲਿਸ ਨੇ ਕਿਸ ਤਰ੍ਹਾਂ ਤੈਨੂੰ ਫਿਰ ਟ੍ਰੇਸ ਕੀਤਾ ਔਰ ਅਰੈਸਟ ਕੀਤਾ? ਪੁਲਿਸ ਨੇ ਟ੍ਰੇਸ ਇੰਝ ਕੀਤਾ ਜੀ, ਉਹਨੇ ਮੈਂ ਮਾਰਨ ਤੋਂ ਬਾਅਦ ਫਰਾਰ ਹੋਇਆ। ਅੱਛਾ। ਉਹਨੇ ਮੇਰੇ ਘਰ ਰਿਟ ਕੀਤੀ ਹੈ, ਮੇਰੀ ਮਸ਼ੀਰਾ ਨੂੰ ਉਹਨੇ ਗ੍ਰਿਫਤਾਰ ਕੀਤਾ ਤੇ ਘਰ ਨੰਬਰ ਦੇ ਦਿੱਤਾ ਸੀ ਕਿ ਉਹਨੂੰ ਫੋਨ ਕਰੋ, ਰਾਬਤਾ ਕਰੋ ਤੇ ਉਹਨੂੰ ਕਹੋ ਵੀ ਇੰਜ ਤੇਰੇ ਘਰ ਰੇਟ ਤੇਰੀ ਮਸ਼ੀਰਾ ਨੂੰ ਲੈ ਗਏ ਨੇ। ਉਸ ਨੰਬਰ ਤੋਂ ਬਾਅਦ ਤੇ ਮੈਂ ਪੁਲਿਸ ਨੂੰ ਫੋਨ ਕੀਤਾ, ਮੈਂ ਕਿਹਾ ਜਨਾਬ ਮੈਂ ਆਪ ਗ੍ਰਿਫਤਾਰੀ ਆਪਦੀ ਦੇਣਾ। ਮੈਂ ਜਨਾਬ ਉਹਨਾਂ ਨੂੰ ਆਪਦੀ ਗ੍ਰਿਫਤਾਰੀ ਆਪ ਦਿੱਤੀ ਹੈ, ਮੌਜ਼ਰ ਆਪਦਾ ਆਪ ਉਹਨਾਂ ਨੇ ਦਿੱਤਾ। ਫਾਇਰ ਤੂੰ ਕੱਲੇ ਨੇ ਮਾਰੇ ਨੇ, ਨਾਲ ਜਿਹੜੇ ਲੋਕ ਸੀ ਉਹਨਾਂ ਨੇ? ਕੱਲੇ ਨੇ ਮਾਰੇ ਨੇ। ਅੱਛਾ। ਮੇਰੇ ਨਾਲ ਕਿਸੇ ਉੱਥੇ ਕਤਲ ਹੋ ਗਿਆ ਸੀ, ਮਰ ਗਿਆ ਸੀ, ਫਿਰ ਗਿਆ ਜਾਂ ਜਦੋਂ ਫਾਇਰ ਮਾਰ ਕੇ ਫੌਰੀ ਫਰਾਰ ਹੋ ਗਿਆ? ਜੀ ਫਾਇਰ ਮਾਰ ਕੇ ਮੈਂ ਫੌਰੀ ਫਰਾਰ ਹੋ ਗਿਆ। ਵੇਖਿਆ ਨਹੀਂ ਪਿੱਛੇ ਉਹ ਤੜਪਦੇ ਪਏ ਨੇ, ਮਰ ਗਏ ਨੇ? ਨਹੀਂ, ਕਿਸੇ ਨੇ ਨਹੀਂ ਵੇਖਿਆ। ਟਾਈਮ ਕੀ ਸੀ? टाइम तकरीबन 12:30 का रात दे। जी। जी नाज़रीन, आपने इस मुलज़म की बात सुनी। ये वो मुलज़म है जिसने अपनी बीवी और उसके जो आशिक, उसका जो आशिक था उसको भी कत्ल कर दिया, बीवी को भी कत्ल कर दिया, और तीसरा एक बंदा जो है वो ज़ख्मी पड़ा है और अभी ये पुलिस की हिरासत में है। मज़ीद हम SHO साहब से बात करते हैं और उससे जानते हैं कि मज़ीद इन्वेस्टिगेशन के अंदर क्या चीज़ें सामने आई हैं और कत्ल की वजह क्या है, क्या ये जो मुलज़म बता रहा है यही सच है। जी नाज़रीन, आपने मुलज़म की बात सुनी। मेरे साथ SHO थाना सिटी चूनिया असलम भट्टी साहब मौजूद हैं, इनसे बात करते हैं और उससे जानते हैं कि ये मुलज़म जो था ये जो बता रहा है क्या इसी वजह से कत्ल किया गया और किस तरह से इस मुलज़म को अरेस्ट किया। अस्सलाम वालेकुम। वालेकुम सलाम। सर मुझे ये बताइएगा कि मुलज़म कहता है कि मेरी बीवी के नाजायज़ तल्लुकात थे और मेरे समझाने के बावजूद पहले उसने FIR भी करवाई, वो नहीं रुकी, उसके बाद मैंने ये हाल सोचा कि मैं उसको कत्ल कर दूँ और उसने कत्ल कर दिया। क्या इन्वेस्टिगेशन के अंदर क्या चीज़ें सामने आई, किस तरह से कत्ल किया गया, क्या वजह बनी? ये जी जो मुलज़म है मंजूर, इसका अपनी बीवी नाजिया के साथ को 3-4 माह से काफ़ी इशू खड़ा हुआ था। ये उसके किरदार पे इसको कुछ शुबहात थे, ये उस पर काफ़ी ज़्यादा इसकी नाराज़गी चल रही थी। जो बीवी थी वो नाराज़ होकर पत्तों की में रिहाइश पजीर थी, तो इधर जिस बंदे से उसका कोई ताल्लुक वास्ता था उसको इसने किडनैप किया, उसके ज़रिए अपनी बीवी को फ़ोन करके इधर बुलवाया है और दोनों को कत्ल कर दिया है। तो डेफिनेटली इस तमाम वक़ूए के पीछे जो मेन मुहर्रक है वो यही बदचलनी और किरदार पे शक का है। सर इस कत्ल के अंदर कितने लोग शामिल हैं, क्योंकि एक बंदा किसी को अगवा नहीं कर सकता, कितने लोग शामिल हैं जो FIR के अंदर नामजद हैं? FIR में 2 नामजद हैं, लेकिन जो हमारी तफ्तीश में जो बात सामने आई है उसमें 3 बंदे इस केस में इन्वॉल्व हैं। जो मेन मुलज़म यही है मंजूर, और इसके साथ इसका एक भांजा और एक भतीजा है। उनके नाम, एक का नाम सखावत उर्फ चन्नी है और एक का नाम माजिद है, जो इसके साथ मौजूद थे, जिन्होंने तीनों ने ये वकूआ किया। तो वो मुलज़म है जिसको इन्होंने कत्ल कर दिया है, और जो इसकी बीवी की तरफ से भी कोई मदई बना है या दूसरा जिस बंदे का मर्डर किया गया है उन्होंने FIR करवाई है? नहीं, मुदई देखें एक नहीं बनना होता है, या फिर औरत का कोई वालिद बनता है या फिर जो लड़का था उसका वालिद मुदई बना है। ये बंदा पहले से भी कोई रिकॉर्ड याफ्ता है या इस तरह की कोई इसके काम हो, वारदातें करता था या मुंशियात फरोश था ये बंदा? ये जो मंजूर है इसका किरदार कोई इतना अच्छा नहीं है। ये इलाके में इसकी रिप्यूट यही है कि ये मंशियात फरोशी के धंधे में मुनव्वस है, और पहले भी इसके खिलाफ मुकदमा जो मंशियात फरोशी के हैं वो इंदराज हो चुका है, जेल जा चुका है। सर एज ए SHO इस तरह से तो हमारे माशरे के अंदर बहुत सारे ऐसे काम हो रहे हैं या वाक़यात हैं, तो क्या इसका हल सिर्फ यही है कि कत्ल कर दिया जाए? एज ए SHO आप क्या कहना चाहेंगे? देखिए, ये हमारी सोसाइटी में इस तरह की चीज़ें वक्तन फ़वक्तन सामने आ रही हैं। ये कह लेंगे जहालत और इसका नतीजा है कि ये जो इस तरह के वाक़यात हो जाते हैं। अगर देखें, आपका अपनी बीवी के साथ कोई मामला हो जाता है तो आप उससे अलग हो जाए, उसको तलाक दे दें, कत्ता ताल्लुक़ कर लें। किसी को कत्ल कर देना, उसकी जान ले देना, इसकी तो किसी चीज़ में भी, किसी मज़हब में, किसी कानून में कोई इजाज़त नहीं है। सर इस मुलज़म को यानी कि कत्ल के बाद ये बंदा फरार हो गया था, किस तरह से आप लोगों ने इसको अरेस्ट किया, कहाँ से किया था फिर? ये रात 2 बजे के करीब हमें इतला मिली इस वकूए की। जब हम मौके पे पहुंचे हैं तो वहाँ पे 2 मर्डर हो चुके थे, एक बंदा ज़ख्मी मौजूद था। जो ज़ख्मी है उसने हमें बताया कि मुलज़मान के नाम उसने हमें डिस्क्लोज़ किए हैं कि ये बंदे थे जो आए हैं और उन्होंने हमें कत्ल किया है। उसके बाद हमने अपनी पुलिस जो अपनी वर्किंग शुरू की है, हमने अपनी टीमें मुकर्रर की हैं, उनको घरों में रेड शुरू किया है।
تو یہ ملزم ہے اس کے گھر میں ہم نے ریڈ کیا تو اس کی بہن وغیرہ میں ملی اور اس کے ذریعے ہم نے اس سے رابطہ کروایا تو اس کو ٹریس کر کے ہم نے پکڑا. جی ناظرین، آپ نے اسلم بھٹی صاحب کی بات سنی. یہ وہ ملزم تھا جس نے اپنی بیوی اور ایک اس کا جو عاشق تھا اور تیسرا بندہ جو ابھی زخمی ہے، 2 بندوں کو قتل کرنے کے بعد یہ بندہ فرار ہو جاتا ہے، اور پولیس نے محنت کر کے اس ملزم کو ٹریس کیا اور کیفرے کردار تک بھی پہنچائیں گے. اس کے ساتھ ہی اپنے میزبان عمیر علی کو اجازت دیجیے اور دیکھتے رہیے 42 ایچ ڈی ٹی وی.